ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸ਼ੁੱਕਰਵਾਰ ਨੂੰ ਜੋ ਸਵੇਰੇ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਸ ਦੇ ਵਿੱਚ ਕਈ ਵਿਸ਼ਿਆਂ ਦੇ ਉੱਤੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ, ਜਿਸ ਦੇ ਵਿੱਚ ਸ਼ੁਰੂਆਤ ਵਿੱਚ ਉਹਨਾਂ ਨੇ ਦੱਸਿਆ ਕਿ ਪ੍ਰੀਮੀਅਰਸ ਦੇ ਨਾਲ ਉਹਨਾਂ ਦੀ 20ਵੀਂ ਬੈਠਕ ਹੋਈ ਹੈ ਜੋ ਕੋਵਿਡ-19 ਦੇ ਦੌਰਾਨ ਕੀਤੀ ਗਈ। ਦਰਅਸਲ ਇਹ ਬੈਠਕ ਦੇਸ਼ ਭਰ ਦੇ ਫਰਸਟ ਲੀਡਰ ਹੁੰਦੇ ਨੇ ਜਿਹੜੇ ਯਾਨੀ ਕਿ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਹੁੰਦੇ ਨੇ ਜੋ ਹਰ ਸੂਬੇ ਤੇ ਟੈਰੀਟਰੀਜ਼ ਤੋਂ ਤੇ ਉਹਨਾਂ ਦੇ ਨਾਲ ਬੈਠਕ ਪ੍ਰਧਾਨ ਮੰਤਰੀ ਵੱਲੋਂ ਕੋਵਿਡ-19 ਦੇ ਹਾਲਾਤ ਨੂੰ ਦੇਖਦੇ ਹੋਏ ਕੀਤੀ ਜਾਂਦੀ ਰਹੀ ਹੈ ਤੇ ਹੁਣ 20ਵੀਂ ਬੈਠਕ ਕੀਤੀ ਗਈ ਹੈ, ਜਿਸ ਦੇ ਬਾਰੇ ਉਹਨਾਂ ਦੱਸਿਆ ਕਿ ਕਈ ਵਿਸ਼ਿਆਂ ਦੇ ਉੱਤੇ ਇਸ ਦੌਰਾਨ ਵਿਚਾਰ ਚਰਚਾ ਕੀਤੀ ਗਈ ਤੇ ਫੈਸਲੇ ਵੀ ਲਏ ਗਏ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਸ ਦਾ ਵੀ ਜ਼ਿਕਰ ਕੀਤਾ ਕਿ ਵੇਜ ਸਬਸਿਡੀ ਪ੍ਰੋਗਰਾਮ ਨੂੰ ਜਿਵੇਂ ਅੱਗੇ ਵਧਾਇਆ ਗਿਆ ਤਾਂ ਰੈਂਟ ਨੂੰ ਲੈ ਕੇ ਜੋ ਉਹਨਾਂ ਵੱਲੋਂ ਇਸ ਹਫ਼ਤੇ ਐਲਾਨ ਕੀਤਾ ਗਿਆ ਸੀ ਕਿ ਨਵਾਂ ਪ੍ਰੋਗਰਾਮ ਇਸ ਦੌਰਾਨ ਲਿਆਂਦਾ ਗਿਆ ਜਿਸ ਦੇ ਨਾਲ ਸਿੱਧਾ ਵਪਾਰ ਦੇ ਮਾਲਕਾਂ ਨੂੰ ਇਸ ਦੀ ਮਦਦ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਤਾਂ 75% ਤੱਕ ਵੇਜ ਸਬਸਿਡੀ ਪ੍ਰੋਗਰਾਮ ਦੇ ਤਹਿਤ ਕਾਮਿਆਂ ਦੀ ਤਨਖਾਹ 'ਚ ਸਰਕਾਰ ਵੱਲੋਂ ਮਦਦ ਦਿੱਤੀ ਜਾਂਦੀ ਸੀ ਤੇ ਹੁਣ ਅੱਗੇ ਉਹ 65% ਤੱਕ ਦਿੱਤੀ ਜਾਵੇਗੀ। ਤੇ ਇਸ ਦੌਰਾਨ ਕੋਵਿਡ-19 ਅਲਰਟ ਦੀ ਜੋ ਐਪਲੀਕੇਸ਼ਨ ਹੈ ਉਸ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਸਾਰਿਆਂ ਦੇ ਵੱਲੋਂ ਉਸ ਨੂੰ ਡਾਊਨਲੋਡ ਜ਼ਰੂਰ ਕੀਤਾ ਜਾਵੇ ਤੇ ਨਾਲ ਹੀ ਫਰੰਟਲਾਈਨ ਵਰਕਰਸ ਦੇ ਵਾਸਤੇ PPE ਕਿਟਸ ਵੱਡੀ ਗਿਣਤੀ ਦੇ ਵਿੱਚ ਪਹੁੰਚਾਉਣ ਦੇ ਵਾਸਤੇ ਕਿਵੇਂ ਸਪਲਾਈ ਦੇ ਉੱਤੇ ਕੰਮ ਹੋ ਰਿਹਾ ਹੈ, ਕੋਵਿਡ-19 ਦੇ ਨਾਲ ਸੰਬੰਧਿਤ ਲੈਬੋਰਟਰੀਜ਼ ਹੋਰ ਜ਼ਿਆਦਾ ਬਣਾਈਆਂ ਜਾ ਰਹੀਆਂ ਨੇ ਤੇ ਨਾਲ ਹੀ ਕਿਵੇਂ ਟੈਸਟ ਕਿਟਸ ਨੇ ਜਿਹੜੀਆਂ ਉਹ ਵੱਡੀ ਗਿਣਤੀ ਦੇ ਵਿੱਚ ਸਪਲਾਈ ਵੀ ਉਹਨਾਂ ਦੀ ਹੋ ਰਹੀ ਹੈ, ਇਸ ਦਾ ਜ਼ਿਕਰ ਕੀਤਾ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਥੇ ਵੀ ਜ਼ਿਕਰ ਕੀਤਾ ਗਿਆ ਜ਼ੇਵੀਅਰ ਦਾ ਜਨਮ ਦਿਨ ਹੈ ਜੋ 13 ਸਾਲ ਦਾ ਹੋ ਜਾਵੇਗਾ, ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚਿਆਂ ਦੇ ਮਨ ਵਿੱਚ ਕੋਵਿਡ-19 ਦੇ ਦੌਰਾਨ ਆਪਣੇ ਜਨਮ ਦਿਨ ਦੀਆਂ ਪਾਰਟੀਆਂ ਕਰਨ ਨੂੰ ਲੈ ਕੇ ਕਾਫੀ ਇੱਛਾਵਾਂ ਸਨ ਜੋ ਅਧੂਰੀਆਂ ਰਹਿ ਗਈਆਂ ਨੇ, ਪਰ ਇਸ ਦੌਰਾਨ ਉਹਨਾਂ ਨੇ ਸਾਰੇ ਹੀ ਬੱਚਿਆਂ ਨੂੰ ਕੈਨੇਡਾ ਭਰ ਦੇ ਵਿੱਚ ਸੰਦੇਸ਼ ਦਿੱਤਾ ਕਿ ਉਹ ਆਪਣੇ ਦਾਦਾ-ਦਾਦੀ, ਨਾਨਾ-ਨਾਨੀ ਤੇ ਘਰ ਦੇ ਵਿੱਚ ਬਜ਼ੁਰਗਾਂ ਦੀ ਤੇ ਨਾਲ ਹੀ ਅੱਗੇ ਸੁਸਾਇਟੀ ਦੀ ਸੁਰੱਖਿਆ ਦੇ ਵਾਸਤੇ ਕੁਝ ਇਸੇ ਤਰ੍ਹਾਂ ਆਪਣੀ ਖੁਸ਼ੀ ਨੂੰ ਮਨਾਉਣ ਤੇ ਸਾਰਿਆਂ ਦਾ ਧਿਆਨ ਰੱਖਣ। ਸਾਰੇ ਹੀ ਬੱਚਿਆਂ ਨੂੰ ਇਸ ਮੌਕੇ ਸੰਦੇਸ਼ ਦਿੱਤਾ ਗਿਆ ਤਾਂ ਜਸਟਿਨ ਟਰੂਡੋ ਨੇ ਜਦੋਂ ਆਪਣੇ ਬੇਟੇ ਦਾ ਜ਼ਿਕਰ ਕੀਤਾ ਤਾਂ ਉਹਨਾਂ ਕਿਹਾ ਕਿ 13ਵਾਂ ਜਨਮ ਦਿਨ ਕਾਫੀ ਖਾਸ ਹੁੰਦਾ ਹੈ ਜਦੋਂ ਟੀਨਏਜ ਦੇ ਵਿੱਚ ਬੱਚਾ ਪੈਰ ਧਰਦਾ ਹੈ, ਜਿਸ ਕਰਕੇ ਉਹਨਾਂ ਕਿਹਾ ਕਿ ਜਦੋਂ ਇਹ ਜਨਮ ਦਿਨ ਦੀਆਂ ਪਾਰਟੀਆਂ ਕੋਵਿਡ-19 ਦੇ ਕਰਕੇ ਹੋ ਰਹੀਆਂ ਨੇ ਤਾਂ ਬੱਚੇ ਆਪਣੇ ਦੋਸਤਾਂ ਨੂੰ ਜਾਂ ਫਿਰ ਅੱਗੇ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਨੂੰ ਨਹੀਂ ਬੁਲਾ ਸਕਦੇ। ਪਰ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਿਆਂ ਨੂੰ ਇੱਕ ਹੋ ਕੇ ਸਾਥ ਦੇਣ ਦੀ ਲੋੜ ਹੈ ਕਿ ਇਸ ਹਾਲਾਤ ਦੇ ਵਿੱਚ ਜਿਹੜੀਆਂ ਵੀ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ। Fighting COVID-19 is a Team Canada effort. Right from day one, we've been working with all orders of government to keep people safe. And during this second wave, that's exactly what we'll continue to do. Yesterday, I had my 20th First Minister's meeting with the Premiers to discuss what Canadians need for the weeks and months to come. To begin with, it's vital that frontline workers have access to personal protective equipment. To date, the federal government has shipped almost 190 million pieces of PPE to the provinces and territories. At the same time, we're providing support staff who can make over 14,000 contact tracing calls a day. We're also ramping up our testing at national labs across the country to help the provinces and territories with their surge capacity. In this second wave, just like in the first, our government stands ready to help our partners across the country keep Canadians safe. COVID-19 isn't just a health crisis, it's an economic one too. Workers and businesses across the country need support during this tough time. The fact is that the second wave has the potential to hit people really hard. So we're going to keep stepping up to help. Last week, I announced that we were creating the new Canada Emergency Rent Subsidy, which provides direct rent support to tenants. This is in addition to the extension of the wage subsidy and the expansion of the Canada Emergency Business Account. These programs have been and will continue to be a lifeline for small business owners. Just take Amarjeet Shanduk, who owns Taza Express in Brampton. When the pandemic first hit, Amarjeet worried about whether his business would survive. But by using the wage subsidy, the rent support program, and the Canada Emergency Business Account, he was able to keep his employees on the payroll and the lights on. We'll continue to be there for people like Amarjeet and for small businesses right across the country that create good jobs and make our communities stronger. In our fight against COVID-19, we need all the tools we can get. With over 4.5 million downloads, the free COVID Alert app
is a powerful way to keep yourself and your loved ones safe. If you download the app and come into contact with a person who then tests positive for COVID-19 and also has the app, it will alert you to take action. This helps you to do your part to stop the transmission of this virus. That's why 8 provinces now have the app fully up and running, and we'll continue to work with Alberta and BC to get them to come on board too. If you haven't already, I encourage you to go to the App Store or Google Play and download the app for free. This morning, I spoke with Prime Minister Pashinyan of Armenia to express our concern about the situation in Nagorno-Karabakh. I told him that Canada will continue to work extremely hard with all our allies to put an end to the violence. I encourage all sides to engage in dialogue to find peaceful resolution to the conflict. This was echoed by Minister Champagne on his trip to Europe, which is wrapping up today. Minister Champagne's trip included a week of meetings with our allies to discuss the global fight against COVID-19. He also had talks about how we can find meaningful ways to support democracy in Belarus. Today, Minister Champagne met with opposition leader Svetlana Tsikhanouskaya to show our support for her and for the people of Belarus. We will continue to work with our international partners to ensure that the people of Belarus make sure their voices are heard. And finally, I want to take a moment to talk to kids out there across Canada. I know that these past 6 months or so have been really difficult for all of you, but I know many of you had birthdays, milestones to celebrate during these past months that were really difficult and a lot less fun than usual. No families, no extended families, no parties, no friends. These are things that kids are struggling with in this time of COVID. This weekend is my dad's birthday, but it's also my son Xavier's 13th birthday. Turning 13 is a big moment where you get to become a teenager and all the responsibilities that come with it. But it's also a time where friends really matter. And not having a party is tough. But as families, as Canadians, and as kids, we need to keep doing our part. To keep safe, to protect our grandparents, to make sure that we're slowing the spread of COVID-19. We've asked an awful lot of everyone across the country, especially kids. But I want you to know that we're going to continue asking a lot of you because I know you're capable of it. We're there for you. Make sure you're leaning on each other, but know that we all need to do our part to keep people safe, even. We must keep taking the fight against COVID-19 seriously. This pandemic is still a very real threat. For several weeks, you've been hearing me, the premiers, and public health officials urging everyone to double down on what we know works to flatten the curve and beat this second wave. Frankly, the numbers are still too high, and that has real consequences. Our frontline workers are at risk, our parents and grandparents in long-term care facilities are at risk, and our loved ones who have pre-existing health conditions are at risk. For businesses, many of which have just gotten back on the road to recovery, this second wave has pushed them to the brink once again. This is very serious. But we have the power to turn things around. So let's keep doing our part for each other and for the people that we love. On doit continuer d'être sérieux dans notre combat contre la COVID-19. Malheureusement, cette pandémie est une menace qui est encore bien réelle. Depuis plusieurs semaines, les premiers ministres des provinces et territoires, les responsables de la santé publique et moi-même demandons à tout le monde de redoubler d'efforts et de poser des gestes qui, on le sait, vont nous aider à aplatir la courbe et casser la deuxième vague. Le nombre de cas est encore trop élevé et trop de gens sont encore à risque. Nos travailleurs de première ligne, nos parents et nos grands-parents qui vivent en centre de soins de longue durée et nos proches qui ont déjà des problèmes de santé. Pour les entreprises qui arrivaient enfin sur le chemin de la relance, cette deuxième vague menace encore de les ralentir. Je comprends votre inquiétude, mais on peut encore renverser la tendance. Alors continuez de faire notre part pour aider les autres et pour aider les gens qu'on aime. En tant que gouvernement, nous allons continuer d'être là pour vous.